आओ सुनिए जिंदगी दियां गल्लां खुदा दे खादिम पादरी शहजाद परवेज दे नाल। प्रेज द लॉर्ड, जय मसीह दी शालूम। मेरे अजीज भैनों भाइयों, ਅੱਜ ਜ਼ਿੰਦਗੀ ਦੀਆਂ ਗੱਲਾਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਖੁਸ਼ਾਮਦੀਦ ਕਹਿਣਾ ਔਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਪੇਸ਼ ਕਰਨਾ ਔਰ ਜਿੰਨੇ ਵੀ ਮਸੀਹ ਮਾਨ ਚ ਬਣੇ ਨੇ ਤੁਹਾਨੂੰ ਸਾਰਿਆਂ ਨੂੰ ਇਹ ਗਵਾਹੀ ਦੇਣਾ ਕਿ ਤੁਸੀਂ ਵੀ ਖੁਦਾ ਦੇ ਈਮਾਨ ਔਰ ਖੁਦਾ ਦੀ ਜ਼ਾਤ ਦੇ ਵਿੱਚ ਬਣੇ ਰਹੋ, ਕਿਉਂਕਿ ਖੁਦਾ ਦੀ ਜ਼ਾਤ ਐਸੀ ਜ਼ਾਤ ਹੈ ਜਿਹਦੇ ਵਿੱਚ ਬਣੇ ਰਹਿਣਾ ਬੇਹੱਦ ਜ਼ਰੂਰੀ ਹੈ। ਅੱਜ ਜ਼ਿੰਦਗੀ ਦੀਆਂ ਗੱਲਾਂ ਬੜੀਆਂ ਕੁਝ ਅਹਿਮ ਹੋਣ ਵਾਲੀਆਂ ਜਿਨ੍ਹਾਂ ਦੇ ਉੱਤੇ ਗੌਰੋ ਫਿਕਰ ਕਰਨ ਵਾਲੀ ਗੱਲ ਵੀ ਹੈ ਤੇ ਗੌਰੋ ਫਿਕਰ ਕਰਨਾ ਵੀ ਬੇਹੱਦ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਦੀਆਂ ਗੱਲਾਂ ਨੂੰ ਉਹੀ ਸਮਝਦਾ ਜਿਹੜਾ ਜ਼ਿੰਦਗੀ ਰੱਖਦਾ ਹੈ ਜਾਂ ਜ਼ਿੰਦਗੀ ਦੇ ਤਲਕ ਨਾਲ ਜਾਣਦਾ ਹੈ ਕਿ ਜ਼ਿੰਦਗੀ ਐਕਚੁਅਲ ਹੈ ਕੀ ਹੈ। ਤੇ ਜ਼ਿੰਦਗੀ ਰੱਖਣ ਵਾਲਾ ਜਿਹੜਾ ਹੈ ਨਾ ਉਹ ਬੜਾ ਆਲਾ ਤੇ ਮੌਤਬਰ ਹੈ, ਜਿਹਨੂੰ ਅਸੀਂ ਪਿਆਰਾ ਯਿਸੂ ਆਨੇ ਆ, ਜਿਹੜਾ ਅਸਮਾਨ ਤੇ ਜ਼ਮੀਨ ਦਾ ਖਾਲਿਕ ਤੇ ਮਾਲਿਕ ਹੈ, ਜਿਹੜਾ ਅਸਮਾਨ ਤੇ ਜ਼ਮੀਨ ਦੀਆਂ ਚਾਬੀਆਂ ਨੂੰ ਰੱਖਦਾ ਹੈ। ਉਹ ਕਹਿੰਦਾ ਕਿ ਮੇਰੇ ਕੋਲ ਆਓ, ਹਮੇਸ਼ਾ ਦੀ ਜ਼ਿੰਦਗੀ ਦਾ ਆਰਾਮ ਮੇਰੇ ਕੋਲ ਹੈ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ, ਮਰਨ ਤੋਂ ਪਹਿਲੇ ਦੀ ਵੀ ਗੱਲ ਤੇ ਜ਼ਰਾ ਗੌਰੋ ਫਿਕਰ ਕਰੀਏ, ਕਿਉਂਕਿ ਜ਼ਿੰਦਗੀ ਦੀ ਜਿਹੜੀ ਹੈ ਨਾ ਆਰਾਇਸ਼ੋ ਅਜ਼ਾਇਸ਼ ਇਸ ਹਾਲਤ ਦੇ ਵਿੱਚ ਵੀ ਹੈ ਜਿਹਦੇ 'ਚ ਅਸੀਂ ਨਸਲੇ ਇਨਸਾਨੀ ਕਹਾਉਂਦੇ ਆ, ਜਿਹਦੇ 'ਚ ਅਸੀਂ ਇਨਸਾਨ ਕਹਾਉਂਦੇ ਆ। ਅਸੀਂ ਇਸ ਬਦਨ ਜਿਸਮ ਦੇ ਵਿੱਚ ਜਿਹੜਾ ਅਸੀਂ ਲੈ ਕੇ ਫਿਰਦੇ ਤੁਰਦੇ ਆ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਮਾਈਆਂ ਨੇ, ਜਿਸ 'ਚ ਸੋਚ, ਖਿਆਲ, ਇਰਾਦੇ, ਕਿਰਦਾਰ, ਰਵੱਈਆ ਇਸ ਜਿਸਮ ਦੇ ਨਾਲ ਅਟੈਚ ਹੈ। ਕਦੀ ਇਹਦੇ ਤੇ ਵੀ ਗੌਰੋ ਫਿਕਰ ਕਰੀਏ। ਇਹਦੇ ਦਿੱਤੇ ਹੋਏ ਰਿਜ਼ਲਟ ਤੋਂ ਬਾਅਦ ਹੀ ਸਾਡਾ ਕਿਤਾਬੇ ਹਯਾਤ 'ਚ ਨਾ ਪੈਣਾ ਵਾ। ਅਗਰ ਤੇ ਉਹ ਜਿਹੜੀਆਂ ਗੱਲਾਂ ਸਾਨੂੰ ਕੁੰਜੀਆਂ ਰੱਖਣ ਵਾਲਾ ਜਿਹੜਾ ਇਹ ਜਿਹਦੇ ਮੁਤਾਬਿਕ ਅਸੀਂ ਚੱਲਣਾ ਹੈ, ਅਗਰ ਤੇ ਉਹਦੇ ਐਨ ਮੁਤਾਬਕ ਅਸੀਂ ਆਪਣੇ ਆਪ ਨੂੰ, ਆਪਣੇ ਬਦਨ ਨੂੰ, ਸੋਚਾਂ ਨੂੰ, ਖਿਆਲਾਂ ਨੂੰ, ਇਰਾਦਿਆਂ ਨੂੰ, ਕਿਰਦਾਰ ਨੂੰ, ਰਵੱਈਏ ਨੂੰ ਅਗਰ ਤੇ ਉਹਦੇ ਮੁਤਾਬਿਕ ਅਸੀਂ ਬਣਾਇਆ ਰੱਖਿਆ, ਤੇ ਮੇਰੇ ਅਜ਼ੀਜ਼ੋ ਕਿਵੇਂ ਹੋ ਸਕਦਾ ਹੈ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਨਿਕਲ ਕੇ ਗਰਕ ਹੋਣ ਵਾਲੀ ਜ਼ਿੰਦਗੀ 'ਚ ਚਲੇ ਜਾਈਏ? ਇੰਜ ਥੋੜੀ ਹੁੰਦਾ। ਉਹਨੇ ਕਿਹਾ ਮੇਰੇ ਕੋਲ ਆਓ, ਹਮੇਸ਼ਾ ਦੀ ਜ਼ਿੰਦਗੀ ਦਾ ਆਰਾਮ ਮੇਰੇ ਕੋਲ ਹੈ। ਹਮੇਸ਼ਾ ਦੀ ਜ਼ਿੰਦਗੀ ਦਾ ਆਰਾਮ ਹੁਣ ਤੋਂ ਸ਼ੁਰੂ ਹੋਣਾ ਹੈ, ਮਰਨ ਤੋਂ ਬਾਅਦ ਸ਼ੁਰੂ ਨਹੀਂ ਹੋਣਾ। ਹੁਣ ਇਸ ਜ਼ਿੰਦਗੀ 'ਚ ਵੀ ਨਜ਼ਰ ਆਉਣਾ ਚਾਹੀਦਾ, ਹਮੇਸ਼ਾ ਦਾ ਆਰਾਮ ਇਸ ਜ਼ਿੰਦਗੀ 'ਚ ਨਜ਼ਰ ਆਉਣਾ ਚਾਹੀਦਾ, ਕਿਉਂਕਿ ਕਲਾਮੇ ਮੁਕੱਦਸ ਦੇ ਵਿੱਚ ਬੜੀ ਖੂਬਸੂਰਤ ਗੱਲ ਲਿਖੀ ਹੈ। ਜ਼ਬੂਰ ਨੰਬਰ 34 ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਇੱਕ ਗੱਲ ਬੜੀ ਖੂਬਸੂਰਤ ਲਿਖੀ ਹੈ ਕਿ ਬੱਬਰ ਦਾ ਬੱਚਾ ਤੇ ਹਾਜਤਮੰਦ ਭੁੱਖਾ ਰਹਿੰਦਾ ਹੈ, ਲੇਕਿਨ ਮੇਰਾ ਤਾਲਬ ਕਦੀ ਕਿਸੇ ਚੀਜ਼ ਦਾ ਮੁਹਤਾਜ ਨਹੀਂ ਜੇ ਹੁੰਦਾ। ਇਹ ਕਦੋਂ ਦੀ ਗੱਲ ਹੋ ਰਹੀ ਹੈ? ਇਹ ਮਰਨ ਤੋਂ ਪਹਿਲੇ ਦੀ, ਯਾਨੀ ਜਿਸਮ ਨੂੰ ਛੱਡਣ ਤੋਂ ਪਹਿਲੇ ਦੀ ਗੱਲ ਹੋ ਰਹੀ ਹੈ ਕਿ ਬੱਬਰ ਦਾ ਬੱਚਾ ਯਾਨੀ ਸ਼ੇਰੇ ਬੱਬਰ ਦਾ ਬੱਚਾ ਤੇ ਹਾਜਤਮੰਦ ਭੁੱਖਾ ਰਹਿ ਸਕਦਾ ਹੈ, ਲੇਕਿਨ ਖੁਦਾ ਦੇ ਮੂੰਹ ਦੀਆਂ ਗੱਲਾਂ ਨੂੰ ਆਪਣੇ ਅੰਦਰ ਰੱਖਣ ਵਾਲਾ ਕਦੇ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੁੰਦਾ। ਤੇ ਖੁਦਾ ਆਪਣੇ ਬੰਦਾ ਸੁਲੇਮਾਨ ਦੀ ਮਾਰਫਤ ਨਾਲ ਇਹ ਗੱਲ ਫਰਮਾਂਦਾ ਹੈ ਕਿ ਐ ਮੇਰੇ ਬੇਟੇ, ਮੇਰੇ ਮੂੰਹ ਦੀਆਂ ਗੱਲਾਂ ਨੂੰ ਆਪਣੇ ਅੰਦਰ ਰੱਖ ਲਾ, ਤੂੰ ਖੁਦਾ ਦੀ ਤੇ ਦੁਨੀਆਦਾਰੀ ਦੀ ਨਜ਼ਰ ਦੇ ਵਿੱਚ ਇਕਬਾਲਮੰਦ ਹੁੰਦਾ ਜਾਏਗਾ, ਤੂੰ ਬ੍ਰਹਮੰਦੀ ਪਾਉਂਦਾ ਜਾਏਗਾ। ਤੂੰ ਉਹ ਚੀਜ਼ਾਂ ਜਿਹੜੀਆਂ ਤੇ ਖੁਦਾ ਤੈਨੂੰ ਤਰਸਣ ਨਹੀਂ ਦੇਗਾ, ਉਹ ਚੀਜ਼ਾਂ ਜਿਹੜੀਆਂ ਖੁਦਾ ਨੇ ਤੇਰੇ ਲਈ, ਯਾਨੀ ਕਲਾਮ 'ਚ ਇਹ ਗੱਲ ਲਿਖੀ ਹੈ ਕਿ ਉਹਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰਕੇ ਰੱਖੀਆਂ। ਤੇ ਮੈਂ ਅੱਜ ਤੁਹਾਨੂੰ ਬਹੁਤ ਸਾਰੀਆਂ ਗਵਾਹੀਆਂ ਮੇਰੇ ਕੋਲ ਨਹੀਂ ਜਿਹੜੀਆਂ ਮੈਂ ਦੇਣਾ ਚਾਹਨਾ, ਲੇਕਿਨ ਇਹ ਥੋੜੇ ਟਾਈਮ ਦੇ ਵਿੱਚ ਸਾਰੀਆਂ ਗਵਾਹੀਆਂ ਨਹੀਂ ਸ਼ੇਅਰ ਕਰਾਂਗਾ, ਲੇਕਿਨ ਮੈਂ ਇੱਕ ਗਵਾਹੀ ਜ਼ਰੂਰ ਸ਼ੇਅਰ ਕਰਾਂਗਾ ਕਿ ਖੁਦਾ ਨੇ ਆਪਣੇ ਖਾਦਮ ਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਿਆ। ਇੱਕ ਗੱਲ, ਤੁਹਾਡੇ ਚੁਗਿਰਦ ਲੱਖ ਦੁਸ਼ਮਣ ਤੁਹਾਡੇ ਪੈਦਾ ਹੋ ਜਾਣ, ਤੁਹਾਡੇ ਚੁਗਿਰਦ ਬਹੁਤ ਸਾਰੇ ਦੁਸ਼ਮਣ ਜਿਹੜੇ ਤੁਹਾਨੂੰ ਗਿਰਾਣਾ ਚਾਹੁੰਦੇ ਹੋ, ਨੀਚਾ ਦਿਖਾਣਾ ਚਾਹੁੰਦੇ ਹੋ, ਤੁਹਾਨੂੰ ਲੈਟ ਡਾਊਨ ਕਰਨਾ ਚਾਹੁੰਦੇ ਹੋ, ਤੁਹਾਨੂੰ ਮਾਰ ਦੇਣਾ ਚਾਹੁੰਦੇ ਹੋ, ਤੁਹਾਡੀ ਖਿਦਮਤ ਤੋਂ ਬ੍ਰੇਕ ਕਰਨਾ ਚਾਹੁੰਦੇ ਹੋ, ਤੁਹਾਨੂੰ ਬਹੁਤ ਸਾਰੀਆਂ ਤੁਹਾਡੇ ਵਾਸਤੇ ਮਸਲੇ ਮਸਾਇਲ ਖੜਾ ਕਰਨਾ ਚਾਹੁੰਦੇ ਹੋ, ਲੇਕਿਨ ਮੇਰੇ ਭੈਣੋ ਭਾਈਓ ਤੁਸੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ, ਕਿਉਂਕਿ ਅਗਰ ਬੱਬਰ ਦਾ ਬੱਚਾ ਹਾਜਤਮੰਦ ਭੁੱਖਾ ਰਹਿ ਸਕਦਾ ਤੇ ਉਹਦਾ ਮੰਨਣ ਵਾਲਾ ਕਿਵੇਂ ਰਹਿ ਸਕਦਾ, ਉਹਦਾ ਤਾਲਬ ਕਿਵੇਂ ਰਹਿ ਸਕਦਾ? ਕਿਉਂਕਿ ਕਲਾਮ ਇਹ ਗੱਲ ਆਂਦਾ ਹੈ, ਕਲਾਮੇ ਮੁਕੱਦਸ ਇਹ ਗੱਲ ਸਾਨੂੰ ਦੱਸਦੀ ਹੈ ਕਿ ਅਗਰ ਤੁਹਾਡੇ ਲਈ ਕੋਈ ਟੋਇਆ ਖੋਦਦਾ ਹੈ ਜਾਂ ਤੁਹਾਡੇ ਮੂੰਹ ਤੇ ਕੋਈ ਚਪੇੜ ਮਾਰਦਾ ਹੈ ਜਾਂ ਤੁਹਾਡੇ ਲਈ ਕੋਈ ਗੜਾ ਖੋਦਦਾ ਹੈ, ਤੇ ਉਹ ਇੱਕ ਗੱਲ ਯਾਦ ਰੱਖਣਾ, ਤੁਸੀਂ ਚੁੱਪ ਕਰਕੇ ਵੇਂਦੇ ਪਏ ਹੋ ਕਿ ਕੋਈ ਤੁਹਾਡੇ ਲਈ ਕੋਈ ਗੜਾ ਖੋਦਿਆ ਜਾ ਰਿਹਾ ਹੈ, ਤੁਹਾਡੇ ਲਈ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ, ਤੁਹਾਡੇ ਲਈ ਕੋਈ ਮੁਸੀਬਤ ਖੜੀ ਕੀਤੀ ਜਾ ਰਹੀ ਹੈ, ਤੇ ਤੁਸੀਂ ਕੀ ਕਰੋ? ਤੁਸੀਂ ਦੁਆ ਕਰੋ, ਕਿਉਂਕਿ ਕਲਾਮ 'ਚ ਇਹ ਗੱਲ ਲਿਖੀ ਹੈ ਕਿ ਤੁਸੀਂ ਦੁਆ ਕਰਨਾ, ਖੁਸ਼ ਹੋਣਾ, ਖੁਸ਼ੀ ਕਰਨਾ, ਕਿਉਂਕਿ ਅਸਮਾਨ ਤੇ ਤੁਹਾਡਾ ਅਜਰ ਬੜਾ ਹੈ। ਮੁਬਾਰਕ ਉਹ ਜਿਹੜੇ ਅੱਜ ਸਤਾਏ ਜਾਂਦੇ ਨੇ, ਇਹ ਉਹਨਾਂ ਵਾਸਤੇ ਗੱਲ ਹੈ। ਇਸੇ ਲਈ ਮੈਂ ਇਹ ਗੱਲ ਪਹਿਲੇ ਆਖੀ ਔਰ ਦੂਸਰੀ ਗੱਲ ਬਾਅਦ 'ਚ ਆਖੀ ਕਿ ਮੁਬਾਰਕ ਨੇ ਉਹ
ये गल मैं बाद च आखी, मुबारक ने वो ਜਿਹੜੇ ਅੱਜ ਅਜ਼ਮਾਇਸ਼ ਦੀ ਬਰਦਾਸ਼ਤ ਕਰਦੇ, ਜਿਹੜੇ ਦੁਸ਼ਮਣਾਂ ਕੋਲੋਂ ਸਤਾਏ ਜਾਂਦੇ ਨੇ, ਉਹਨਾਂ ਲਈ ਆਸਮਾਨ ਤੇ ਅਜਰ ਬੜਾ, ਖੁਸ਼ ਹੋਣਾ, ਖੁਸ਼ੀ ਕਰਨਾ, ਔਰ ਉਹਨਾਂ ਆਪਣੇ ਦੁਸ਼ਮਣਾਂ ਲਈ ਦੁਆ ਕਰਨਾ। ਔਰ ਜਦੋਂ ਤੁਸੀਂ ਆਪਣੇ ਦੁਸ਼ਮਣਾਂ ਲਈ ਦੁਆ ਕਰੋਗੇ ਤੇ ਕਿਵੇਂ ਹੋ ਸਕਦਾ ਹੈ ਮਾਊਂਟ ਸਿਨਾਈ ਦਾ ਯਹੋਵਾ ਜਿਹੜਾ ਇਬਰਾਹਿਮ ਤੇ ਇਸਹਾਕ ਤੇ ਯਾਕੂਬ ਦਾ ਖੁਦਾ ਹੈ, ਕਿਵੇਂ ਹੋ ਸਕਦਾ ਹੈ ਕਿ ਉਹਦਾ ਜਵਾਬ ਨਾ ਦੇਵੇ? ਤੇ ਜਿਹੜਾ ਆਂਦਾ ਹੈ ਕਿ ਮੇਰੇ ਕੋਲ ਆਓ, ਹਮੇਸ਼ਾ ਦੀ ਜ਼ਿੰਦਗੀ ਮੇਰੇ ਕੋਲ ਹੈ, ਯਾਨੀ ਉਹ ਹੁਣ ਤੋਂ ਪ੍ਰੋਸੈਸ, ਅਸੀਂ ਹੁਣ ਤੋਂ ਪ੍ਰੋਸੈਸ ਸ਼ੁਰੂ ਕਰਨਾ ਹੈ। ਇਨਸਾਨ ਬੱਚਾ ਜਦੋਂ ਸਕੂਲ ਪੜ੍ਹਦਾ ਹੈ ਜਾਂ ਕੋਈ ਵੱਡੇ ਹੋਣ ਤੋਂ ਬਾਅਦ, ਮੈਟ੍ਰਿਕ ਤੋਂ ਬਾਅਦ ਜਦੋਂ ਬੇਟੇ ਬੇਟੀਆਂ ਜਦੋਂ ਕਾਲਜ ਯੂਨੀਵਰਸਿਟੀਆਂ 'ਚ ਜਾਂਦੇ ਨੇ, ਉਹ ਮੈਚੁਰ ਹੋ ਕੇ ਜਾਂਦੇ ਨੇ। ਸਭ ਤੋਂ ਪਹਿਲੇ ਉਹਨੂੰ ਮੈਚੋਰਿਟੀ 'ਚ ਲਿਆਇਆ ਜਾਂਦਾ ਹੈ। ਪ੍ਰੈਪ, ਫਿਰ ਪ੍ਰੀ ਪ੍ਰੈਪ, ਫਿਰ 1 2 3 4 5 6 7 8 9 ਕਲਾਸਿਸ, ਯਾਨੀ ਮੈਟ੍ਰਿਕ ਤੋਂ ਕਲਾਸਿਸ ਅਟੈਂਡ ਕਰਦਾ ਕਰਦਾ ਮੈਚੋਰਿਟੀ ਵੱਲ ਵੱਧਦਾ ਜਾਂਦਾ, ਮੈਚੋਰਿਟੀ ਵੱਲ ਵੱਧਦਾ ਜਾਂਦਾ। ਔਰ ਮੈਟ੍ਰਿਕ ਤੋਂ ਬਾਅਦ ਫਿਰ ਉਹਨੂੰ ਹਾਇਰ ਐਜੂਕੇਸ਼ਨ ਵਾਸਤੇ ਫਿਰ ਕਾਲਜਿਸ, ਫਿਰ ਯੂਨੀਵਰਸਿਟੀਜ਼ ਦੇ ਵਿੱਚ ਉਹਨੂੰ ਦਾਖਲਾ ਲੈਣਾ ਪੈਂਦਾ। ਯਾਨੀ ਮੈਚੋਰਿਟੀ ਆਪਣੇ ਅੰਦਰ ਪੈਦਾ ਕਰਨੀ ਪੈਂਦੀ। ਔਰ ਜਿੰਨੀ ਦੇਰ ਤੱਕ ਸਾਡੇ ਅੰਦਰ ਮੈਚੋਰਿਟੀ ਪੈਦਾ ਨਹੀਂ ਹੋਏਗੀ, ਮੇਰੇ ਅਜ਼ੀਜ਼ੋ, ਭੈਣੋ, ਬੱਚਿਓ, ਭਾਈਓ, ਅਸੀਂ ਕਿਵੇਂ ਹੋ ਸਕਦਾ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਪ੍ਰੋਸੈਸ ਵਾਸਤੇ ਆਪਣੇ ਆਪ ਨੂੰ, ਕਿਵੇਂ ਹੋ ਸਕਦਾ ਕਿ ਅਸੀਂ ਆਪਣੇ ਆਪ ਨੂੰ ਮੈਚੋਰ ਕਰ ਲਈਏ? ਔਰ ਮੈਚੋਰਿਟੀ ਵਾਸਤੇ ਸਾਨੂੰ ਇੱਕ ਪ੍ਰੋਸੈਸ 'ਚ ਹੋ ਕੇ ਗੁਜ਼ਰਨਾ ਪੈਣਾ। ਔਰ ਉਹ ਪ੍ਰੋਸੈਸ ਜਿਹੜਾ ਹੈ ਉਹ ਸਾਨੂੰ ਖੁਦਾ ਦਾ ਕਲਾਮ ਦੱਸਦਾ, ਦਿੰਦਾ। ਉਹ ਸਾਨੂੰ ਉਹ ਚੀਜ਼ਾਂ ਹੁਣ ਤੋਂ ਸਾਨੂੰ ਲੈਣੀਆਂ ਪੈਣੀਆਂ, ਉਹ ਚੀਜ਼ਾਂ ਹੁਣ ਤੋਂ ਸਾਨੂੰ ਬਣਾਉਣੀਆਂ ਪੈਣੀਆਂ। ਔਰ ਜਿੰਨੀ ਦੇਰ ਤੱਕ ਅਸੀਂ ਨਹੀਂ ਬਣਾਵਾਂਗੇ, ਨਹੀਂ ਲਵਾਂਗੇ, ਔਰ ਅਸੀਂ ਕਿਵੇਂ ਆਪਣੇ ਆਪ ਨੂੰ ਅਲੱਗ ਕਰ ਸਕਦੇ ਹਾਂ? ਜਿੱਦਾਂ ਖੁਦਾ ਦੇ ਕਲਾਮ 'ਚ ਇਹ ਗੱਲ ਲਿਖੀ ਹੈ ਕਿ ਉਹ ਗੌਰ ਤੋਂ ਉਠਾਉਂਦਾ ਹੈ, ਯਾਨੀ ਗੰਦਗੀ ਤੋਂ ਚੁੱਕਦਾ ਤੇ ਤਖਤ ਤੇ ਬਿਠਾਉਂਦਾ ਹੈ। ਉਹ ਖੁਦਾ ਗੰਦਗੀ ਤੋਂ ਚੁੱਕਦਾ ਤੇ ਤਖਤ ਤੇ ਉਹਨਾਂ ਲੋਕਾਂ ਨੂੰ ਬਿਠਾਉਂਦਾ ਜਿਹੜੇ ਖੁਦਾ ਦੇ ਪੈਰੋਕਾਰ, ਖੁਦਾ ਦੇ ਲੋਕ ਨੇ। ਔਰ ਖੁਦਾ ਦੇ ਲੋਕ ਬਣਨ ਲਈ ਇੱਕ ਪ੍ਰੋਸੈਸ 'ਚੋਂ ਗੁਜ਼ਰਨਾ ਪੈਂਦਾ ਹੈ, ਇੱਕ ਪੀਰ 'ਚੋਂ ਗੁਜ਼ਰਨਾ ਪੈਂਦਾ ਹੈ, ਹੁਕਮਾਂ ਦੇ ਚੱਲਣਾ ਪੈਂਦਾ ਹੈ, ਹੁਕਮਾਂ ਦੀ ਪਾਸਦਾਰੀ ਕਰਨੀ ਪੈਂਦੀ ਹੈ, ਹੁਕਮਾਂ ਦੀ ਨਾਫਰਮਾਨੀ ਨਹੀਂ ਬਲਕਿ ਹੁਕਮਾਂ ਦੀ ਫਰਮਾਬਰਦਾਰੀ ਕਰਨੀ ਪੈਂਦੀ। ਅੱਜ ਮੈਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਟੈਸਟਮਨੀ ਤੁਹਾਡੇ ਨਾਲ ਸ਼ੇਅਰ ਕਰਨਾ। ਅਗਰ ਮੈਨੂੰ ਕੋਈ ਪੁੱਛੇ ਤੁਹਾਡੀ ਜ਼ਿੰਦਗੀ ਦਾ ਰਿਜ਼ਲਟ ਕੀ ਹੈ, ਮੈਂ 2016 'ਚ ਖਿਦਮਤ ਸ਼ੁਰੂ ਕੀਤੀ ਔਰ ਅੱਜ 2023 ਦਾ ਸਾਲ ਗੁਜ਼ਰ ਰਿਹਾ। ਔਰ ਇਸ ਟਾਈਮ ਦੇ ਵਿੱਚ, ਇਸ ਪ੍ਰੋਸੈਸ ਦੇ ਵਿੱਚ 2017 'ਚ ਹੈਵਨਸ ਟੀਵੀ ਲਾਂਚ ਹੋਇਆ। ਫਿਰ ਕੁਝ ਟਾਈਮ ਤੋਂ ਬਾਅਦ, ਚੱਲਣ ਤੋਂ ਬਾਅਦ 2.5-3 ਸਾਲ ਬਾਅਦ ਜਦੋਂ ਚੈਨਲ ਚੱਲਿਆ, ਉਸ ਤੋਂ ਬਾਅਦ ਇੱਕ ਜ਼ਿੰਦਗੀ 'ਚ ਇੱਕ ਐਸਾ ਮੋੜ ਆਇਆ ਜਿਹਦੇ 'ਚ ਮੇਰਾ ਚੈਨਲ ਬੰਦ ਹੋ ਗਿਆ, ਹੈਵਨਸ ਟੀਵੀ ਜਿਹੜੀ ਹੈ ਸੈਟੇਲਾਈਟ ਤੋਂ ਆਫ ਹੋ ਗਿਆ। ਫਿਰ ਉਸ ਦੌਰਾਨ ਮੈਂ ਚਰਚ ਬਣਾਇਆ, ਬਹੁਤ ਬੜਾ ਚਰਚ ਫੈਸਲਾਬਾਦ ਦੇ ਅੰਦਰ ਤਾਮੀਰ ਕੀਤਾ। ਉਸ ਚਰਚ ਤੋਂ ਬਾਅਦ ਜਦੋਂ ਤਮੀਰ ਹੋਇਆ, ਫਿਰ ਖੁਦਾ ਨੇ ਮੈਨੂੰ ਕੁਝ ਐਸੀਆਂ ਚੀਜ਼ਾਂ ਮੇਰੇ ਉੱਤੇ ਕੀਤੀਆਂ, ਐਸੀ ਮੁਸੀਬਤਾਂ, ਐਸੀਆਂ ਪਰੇਸ਼ਾਨੀਆਂ ਮੇਰੇ ਤੇ ਆਈਆਂ ਜਿਹੜੀਆਂ ਸ਼ਾਇਦ ਉਹ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਸਾਰਾ ਸਬਕ ਸੀ, ਬਹੁਤ ਸਾਰਾ ਮੇਰੇ ਵਾਸਤੇ ਉਹ ਟੈਸਟਮਨੀਆਂ ਲਈ ਖੁਦਾ ਨੇ ਜਿਹਦੇ ਲਈ ਮੈਨੂੰ ਖੜਾ ਕਰਨਾ ਸੀ, ਉਹਦੇ ਵਾਸਤੇ। ਜਿਸ ਤਰ੍ਹਾਂ ਮੁਕੱਦਸ ਪੌਲੁਸ ਰਸੂਲ ਨੂੰ ਖੁਦਾ ਨੇ ਜੇਲ੍ਹ 'ਚ ਔਰ ਉਹਨਾਂ ਚੀਜ਼ਾਂ 'ਚ ਬੰਦ ਕੀਤਾ ਤਾਂ ਕਿ ਉਹ ਖੁਦਾ ਦੇ ਕੰਮ ਲਈ, ਖੁਦਾ ਦੇ ਮਨਸੂਬੇ ਲਈ ਉਹ ਤਿਆਰ ਕੀਤਾ ਜਾਏ। ਔਰ ਜਦੋਂ ਖੁਦਾ ਦਾ ਮਨਸੂਬਾ ਮੇਰੇ ਅਜ਼ੀਜ਼ੋ ਖੁਦਾ ਦੀ ਜ਼ਿੰਦਗੀ 'ਚ ਹੁੰਦਾ ਤੇ ਇੱਕ ਗੱਲ ਯਾਦ ਰੱਖਣਾ, ਤੁਸੀਂ ਪੀ 'ਚੋਂ ਹੋ ਕੇ ਗੁਜ਼ਰੋਗੇ। ਇੰਜ ਨਹੀਂ ਹੋ ਸਕਦਾ ਕਿ ਤੁਸੀਂ ਉਸ ਪੀ 'ਚੋਂ ਹੋ ਕੇ ਨਾ ਗੁਜ਼ਰੋ। ਔਰ ਮੈਂ ਜਿਹੜੀ ਪੀ 'ਚੋਂ ਗੁਜ਼ਰਿਆ, ਔਰ ਗੁਜ਼ਰਨ ਤੋਂ ਬਾਅਦ ਮੈਂ ਫਿਰ ਖੁਦਾ ਦੇ ਹਜ਼ੂਰ ਦੁਆ ਕੀਤੀ ਔਰ ਦੁਆ ਕਰਦਾ ਰਿਹਾ। ਔਰ ਜਦੋਂ ਦੁਆ ਕਰਦਾ ਰਿਹਾ, ਖੁਦਾ ਨੇ ਮੈਨੂੰ ਸਰਫਰਾਜ਼ ਕੀਤਾ, ਫਿਰ ਤੋਂ ਸਰਫਰਾਜ਼ ਕੀਤਾ। ਉਹਨੇ ਮੈਨੂੰ ਆਪਣੀ ਕੁਦਰਤ ਦੇ ਨਾਲ, ਆਪਣੇ ਮਸਾ ਦੇ ਨਾਲ, ਆਪਣੇ ਜ਼ੋਰ ਦੇ ਨਾਲ, ਕਿਉਂਕਿ ਦੇਖੋ ਇੱਕ ਗੱਲ, ਯਿਸੂ ਮਸੀਹ ਨੇ ਆਸਮਾਨ ਤੇ ਜਾਣ ਤੋਂ ਪਹਿਲੇ ਇੱਕ ਗੱਲ ਆਖੀ ਕਿ ਹਮੇਸ਼ਾ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹਨੂੰ ਪਾਉਣ ਲਈ ਤੁਹਾਨੂੰ ਜ਼ਮੀਨ ਦੀ ਇੰਤਹਾ ਤੱਕ ਜਾਣਾ ਹੈ। ਜ਼ਮੀਨ ਦੀ ਇੰਤਹਾ ਤੱਕ ਤੁਸੀਂ ਕੌਮਾਂ ਨੂੰ ਸ਼ਾਗਿਰਦ ਬਣਾਉਣਾ। ਤੁਹਾਨੂੰ ਪਤਾ ਅਸੀਂ ਕੌਮਾਂ ਦੇ ਉਸਤਾਦ ਹਾਂ, ਅਸੀਂ ਕੌਮਾਂ ਦੇ ਉਸਤਾਦ ਹਾਂ। ਯਿਸੂ ਮਸੀਹ ਨੇ ਸਾਨੂੰ ਹੱਕ ਬਖਸ਼ਿਆ ਔਰ ਸਾਨੂੰ ਉਸਤਾਦ ਬਣਨ ਲਈ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਪਏਗਾ। ਪਹਿਲੇ ਉਹ ਟੀਚਿੰਗ ਲੈਣੀ ਪਏਗੀ, ਉਹ ਚੀਜ਼ਾਂ ਲੈਣੀਆਂ ਪੈਣਗੀਆਂ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਪੈਦਾ ਹੋਣਗੀਆਂ। ਅੱਜ ਮੇਰੀ ਗੱਲ ਇਹ ਪੱਲੇ ਨਾਲ ਬੰਨ ਲਓ, ਇਹ ਗੱਲ ਤੁਹਾਡੇ ਵਾਸਤੇ, ਸਾਰਿਆਂ ਵਾਸਤੇ, ਮੇਰੇ ਵਾਸਤੇ, ਮੇਰੇ ਖਾਨਦਾਨ, ਫੈਮਲੀਜ਼ ਵਾਸਤੇ, ਮੇਰੇ ਸਾਰੀ ਟੀਮ ਵਾਸਤੇ, ਔਰ ਜਿੰਨੇ ਸੁਣਨ ਤੇ ਵੇਖਣ ਡਏ ਨੇ ਸਾਰਿਆਂ ਵਾਸਤੇ ਅੱਜ ਇਹ ਸਬਕ ਅਮੇਜ਼ ਗੱਲ ਹੈ ਕਿ ਅਸੀਂ ਅਗਰ ਤੇ ਅੱਗੇ ਵਧਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਅੱਜ ਫਿਰ ਮੈਂ ਇੱਕ ਟਾਈਮ ਤੋਂ ਬਾਅਦ ਫਿਰ ਤੇ ਹੈਵਨਸ ਟੀਵੀ ਦੇ ਉੱਤੇ ਅੱਜ ਜ਼ਿੰਦਗੀ ਦੀਆਂ ਗੱਲਾਂ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਬੈਠਾ, ਜਿਹੜਾ ਸੈਟੇਲਾਈਟ ਤੇ ਦੁਬਾਰਾ ਲਾਂਚ ਹੋਇਆ। ਇਸ ਪ੍ਰੋਸੈਸ ਤੱਕ, ਇਸ ਟੀਵੀ ਚੈਨਲ ਤੱਕ ਦੁਬਾਰਾ ਪਹੁੰਚਣ ਲਈ ਖੁਦਾ ਨੇ ਮੇਰੀ ਜ਼ਿੰਦਗੀ ਨੂੰ ਬ੍ਰੇਕ ਕੀਤਾ। ਫਿਰ ਮੇਰੀ ਜ਼ਿੰਦਗੀ ਬ੍ਰੇਕ ਹੋਈ। ਮੇਰੀ ਜ਼ਿੰਦਗੀ ਦੇ ਵਿੱਚ ਇੱਕ ਦੀਵਾਰ ਖੜੀ ਹੋ ਗਈ। ਸ਼ੈਤਾਨ ਨੇ ਮੇਰੇ ਔਰ ਖੁਦਾ ਦੇ ਮਿਲਾਪ ਦੇ ਲਈ ਇੱਕ ਦੀਵਾਰ ਖੜੀ ਕਰ ਦਿੱਤੀ, ਜਿਹੜੀ ਇਬਲੀਸ ਨੇ, ਇਨਸਾਨਾਂ ਨੇ ਖੜੀ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਗਿਰਾਉਣ ਦੀ ਕੋਸ਼ਿਸ਼ ਕੀਤੀ।
ਇਸੇ ਤਰ੍ਹਾਂ ਜਦੋਂ ਮੁਕੱਦਸ ਪੌਲੁਸ ਰਸੂਲੇ ਆਜ਼ਮ ਜਦੋਂ ਕੌਮਾਂ ਨੂੰ ਬਦਲਣ ਲੱਗੇ, ਕੌਮਾਂ ਤੱਕ ਖੁਦਾ ਦੇ ਕਲਾਮ ਦੀ ਰਸਾਈ ਕਰਨ ਲੱਗੇ, ਤੇ ਕਲਾਮ 'ਚ ਲਿਖਿਆ 2-2 2.5 ਸਾਲ ਲਈ ਉਹਨਾਂ ਨੂੰ ਜੇਲ੍ਹ 'ਚ ਤਾੜ ਦਿੱਤਾ ਜਾਂਦਾ ਸੀ, ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ। ਲੇਕਿਨ ਉਹ ਜੇਲ੍ਹ ਦੇ ਵਿੱਚ ਵੀ ਬੈਠੇ ਖੁਦਾ ਦੇ ਜ਼ੂਰ ਦੁਆ ਕਰਦੇ ਰਹਿੰਦੇ ਸਨ, ਖੁਦਾ ਦੇ ਜ਼ੂਰ ਦੁਆ ਕਰਦੇ ਰਹਿੰਦੇ ਸਨ, ਖਤ ਲਿਖਦੇ ਰਹਿੰਦੇ ਸਨ, ਕੌਮਾਂ ਨੂੰ ਖਤੂਤ ਲਿਖੇ ਉਹਨਾਂ ਨੇ, ਖਤ ਲਿਖੇ, ਔਰ ਖਤਾਂ ਦੇ ਵਿੱਚ ਉਹਨਾਂ ਨੇ ਮਸੀਹ ਦੇ ਈਮਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਰੱਖਣ ਲਈ ਲੋਕਾਂ ਦੇ ਅੱਗੇ ਰਿਕੁਐਸਟ ਕੀਤੀ, ਦਰਖਾਸਤਾਂ ਕੀਤੀਆਂ। ਸੋ ਇਸੇ ਤਰ੍ਹਾਂ ਅੱਜ ਮੇਰੇ ਅਜ਼ੀਜ਼ੋ, ਜਦੋਂ ਖੁਦਾ ਦਾ ਕੋਈ ਵੱਡਾ ਮਨਸੂਬਾ ਤੁਹਾਡੀ ਜ਼ਿੰਦਗੀ 'ਚ ਹੁੰਦਾ ਹੈ, ਇਹ ਮਤ ਸੋਚੋ ਉਹ ਮੁਸੀਬਤ ਜਿਹੜੀ ਆਈ ਹੈ, ਇਹ ਮਤ ਸੋਚੋ ਕਿ ਉਹ ਸ਼ੈਤਾਨ ਵੱਲੋਂ, ਬਲਕਿ ਉਹ ਖੁਦਾ ਨੇ ਤੁਹਾਡੀ ਜ਼ਿੰਦਗੀ 'ਚ ਜਿਹੜਾ ਬ੍ਰੇਕ ਲਾਇਆ ਹੈ, ਉਹ ਬ੍ਰੇਕ ਆਇਆ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਦੇ ਪ੍ਰੋਸੈਸ ਵਾਸਤੇ ਹੈ, ਉਹ ਸਾਡੀ ਮੈਚੁਰਿਟੀ ਵਾਸਤੇ ਹੈ। ਔਰ ਉਹ ਜਿਹੜਾ ਮੇਰੀ ਜ਼ਿੰਦਗੀ 'ਚ ਲੋਕਾਂ ਦਾ ਐਸੀ ਸ਼ਖਸੀਅਤ ਦਾ ਜਿਨ੍ਹਾਂ ਨੇ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਗਿਰਾਉਣ ਦੀ, ਬ੍ਰੇਕ ਕਰਨ ਦੀ, ਮੈਨੂੰ ਰੱਦ ਕਰਨ ਦੀ, ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਦੁਆ ਕਰਦਾ ਰਿਹਾ, ਮੈਂ ਖੁਦਾ ਦੇ ਜ਼ੁਰ ਝੁਕਦਾ ਰਿਹਾ, ਦੁਆ ਕਰਦਾ ਰਿਹਾ। ਲੇਕਿਨ ਅੱਜ ਖੁਦਾ ਨੇ ਮੈਨੂੰ ਦੁਬਾਰਾ ਤੋਂ 2 ਗੁਣਾ ਨਹੀਂ, 3 ਗੁਣਾ ਨਹੀਂ, 4 ਗੁਣਾ ਨਹੀਂ, ਬਲਕਿ 10 ਗੁਣਾ ਸੇ ਮੈਨੂੰ ਸਰਫਰਾਜ਼ ਕੀਤਾ। ਔਰ ਮੈਂ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨਾ ਕਿ ਅੱਜ ਮੈਂ ਖੁਦਾ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਪਾਉਣ ਦੇ ਲਾਇਕ, ਇੱਜ਼ਤ ਔਰ ਜਲਾਲ ਦੇਣ ਦੇ ਲਾਇਕ। ਮੈਂ ਇੱਜ਼ਤ ਤੇ ਜਲਾਲ ਖੁਦਾ ਦੇ ਨਾਮ ਨੂੰ ਦੇਣਾ ਜਿਨੇ ਮੈਨੂੰ ਇਸ ਲਾਇਕ ਬਣਾਇਆ, ਜਿਨੇ ਮੈਨੂੰ ਇਸ ਕਾਬਲ ਬਣਾਇਆ, ਜਿਨੇ ਮੈਨੂੰ ਇਸ ਕਾਬਲ ਬਣਾ ਕੇ ਮੈਨੂੰ ਕੌਮਾਂ ਦੇ ਅੱਗੇ, ਲੋਕਾਂ ਦੇ ਅੱਗੇ, ਕਲੀਸਿਆਵਾਂ ਦੇ ਅੱਗੇ, ਚਰਚਾਂ ਦੇ ਅੱਗੇ ਉਹਨੇ ਮੈਨੂੰ ਆਪਣੀ ਖਿਦਮਤ ਲਈ ਜਗ੍ਹਾ ਬਜਗ੍ਹਾ ਚੁਣਿਆ। ਔਰ ਮੈਂ ਤੁਸੀਂ ਪਿਛਲੇ ਦਿਨਾਂ 'ਚ ਵੇਖ ਰਹੇ ਹੋਵੋਗੇ ਕਿ ਹੈਮਸ ਟੀਵੀ ਤੇ ਇੱਕ ਐਡ ਚੱਲ ਰਹੀ ਸੀ, ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਸਾਂ ਡੈਰਕਾਬਾਦ ਯਾਨੀ ਚੌਕ ਮੁੰਡਾ, ਇੱਕ ਬਹੁਤ ਬੜਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਸਨ। ਔਰ ਪਾਕਿਸਤਾਨ ਹਿਸਟਰੀ ਦੇ ਵਿੱਚ ਉਹ ਪਹਿਲੀ ਦਫਾ ਕਿਸੇ ਟੀਵੀ ਚੈਨਲ ਨੇ, ਮਸੀਹੀ ਟੀਵੀ ਚੈਨਲ ਨੇ ਉੱਥੇ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਲੇਕਿਨ ਬਵਜ੍ਹਾ ਮੌਸਮ ਦੀ ਖਰਾਬੀ ਨਾਲ ਪ੍ਰੋਗਰਾਮ ਨਹੀਂ ਹੋ ਸਕਿਆ। ਲੇਕਿਨ ਬਹੁਤ ਜਲਦ ਉਹ ਪ੍ਰੋਗਰਾਮ ਦੁਬਾਰਾ ਤੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਔਰ ਮੈਂ ਤੁਹਾਡੇ ਅੱਗੇ ਦਰਖਾਸਤ ਕਰਨਾ ਕਿ ਖੁਦਾ ਆਪਣੇ ਲੋਕਾਂ ਨੂੰ ਉੱਥੇ ਇਸਤੇਮਾਲ ਕਰਦਾ ਜਿੱਥੇ ਬੋਂਦਾ ਨਹੀਂ, ਫਸਲ ਉੱਥੋਂ ਕੱਟਦਾ। ਕਲਾਮ 'ਚ ਕੀ ਗੱਲ ਲਿਖੀ? ਖੁਦਾ ਕਹਿੰਦਾ ਮੈਂ ਉੱਥੋਂ ਵੱਢਣਾ, ਉੱਥੋਂ ਕਟਾਈ ਕਰਨਾ ਜਿੱਥੇ ਮੈਂ ਬੋਂਦਾ ਨਹੀਂ, ਔਰ ਉੱਥੇ ਜਿੱਥੇ ਹੁਣ ਤੱਕ ਕਦੀ ਹਿਸਟੋਰੀਕਲ ਕੋਈ ਮਿਸ਼ਨਰੀ, ਕੋਈ ਖੁਦਾ ਦੇ ਇੰਜੀਲ ਦੀ ਬਸ਼ਾਰਤ ਲੈ ਕੇ ਕੋਈ ਨਹੀਂ ਗਿਆ। ਖੁਦਾ ਨੇ ਇਸ ਨਚੀਸ ਖਾਦਮ ਨੂੰ ਉੱਥੇ ਖੜਿਆ ਕੀਤਾ, ਕਿਉਂਕਿ ਕਲਾਮ 'ਚ ਇਹ ਗੱਲ ਲਿਖੀ ਹੈ ਕਿ ਬੱਬਰ ਦਾ ਬੱਚਾ ਹਜਤਮੰਦ ਭੁੱਖਾ ਰਹਿੰਦਾ ਲੇਕਿਨ ਉਹਦਾ ਤਾਲਬ ਨਹੀਂ। ਔਰ ਖੁਦਾ ਉੱਥੇ ਇਸਤੇਮਾਲ ਕਰਦਾ ਜਿੱਥੇ ਉਹ ਕਿਸੇ ਨੂੰ ਇਸਤੇਮਾਲ ਨਹੀਂ ਕਰਦਾ। ਖੁਦਾ ਉੱਥੇ ਭੇਜਦਾ ਜਿੱਥੇ ਉਹ ਕਿਸੇ ਨੂੰ ਭੇਜਦਾ ਨਹੀਂ। ਇਹ ਖਾਸ ਇੱਕ ਮੋਹਰ ਹੁੰਦੀ ਹੈ ਇਨਸਾਨਾਂ ਦੇ ਉੱਤੇ, ਇਹ ਖਾਸ ਇੱਕ ਪਲਾਨ ਹੁੰਦਾ ਖੁਦਾ ਦਾ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਜਿਹਦੇ ਬਾਰੇ ਸਿਰਫ ਖੁਦਾ ਜਾਣ ਰਿਹਾ ਹੁੰਦਾ, ਔਰ ਉਹ ਸ਼ਖਸ ਜਿਹਦੀ ਤਿਆਰੀ ਹੋ ਰਹੀ ਹੁੰਦੀ ਹੈ ਤਾਂ ਕਿ ਉਹ ਆਪਣੇ ਇਮਤਿਹਾਨ 'ਚ ਪਾਸ ਹੋਣ ਤੋਂ ਬਾਅਦ ਖੁਦਾ ਉਹਨੂੰ ਉੱਥੇ ਭੇਜੇ ਜਿੱਥੇ ਸਰਫਰਾਜ਼ੀ ਹੈ, ਜਿੱਥੇ ਸਰਫਰਾਜ਼ੀ ਨਾਲ, ਜਿੱਥੇ ਈਮਾਨਦਾਰੀ ਨਾਲ, ਆਜ਼ਾਦੀ ਨਾਲ, ਬਹਾਲੀ ਨਾਲ ਉਹ ਖੁਦਾ ਦੀ ਕਲਾਮ ਦੀ ਔਰ ਇੰਜੀਲ ਦੀ ਬਸ਼ਾਰਤ ਦੇ ਸਕੇ। ਸੋ ਮੇਰੇ ਭੈਣੋ ਭਾਈਓ, ਇਹ ਗਵਾਹੀ ਨੂੰ ਆਪਣੇ ਨਾਲ ਬੰਨ ਲਓ। ਔਰ ਗਵਾਹੀ ਕੀ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਜਿਹੜੀ ਹੈ ਮੇਰੇ ਲਈ ਇਹ ਗਵਾਹੀ ਹੈ ਤੁਹਾਡੇ ਵਾਸਤੇ। ਜਿਹੜਾ ਇਹ ਗੱਲ ਦਾ ਇਕਰਾਰ ਕਰਦਾ ਉਹਦੀ ਜ਼ਿੰਦਗੀ 'ਚ ਗਵਾਹੀ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਮੇਰੇ ਕੋਲ ਹੈ, ਕਿਉਂਕਿ ਮੈਂ ਮੰਨਣ ਵਾਲਾ, ਮੈਂ ਪੈਰੋਕਾਰ ਹਾਂ। ਔਰ ਜਿਹਦੇ ਕੋਲ ਹਮੇਸ਼ਾ ਦੀ ਜ਼ਿੰਦਗੀ, ਕਿਵੇਂ ਹੋ ਸਕਦਾ ਬਿਮਾਰੀ ਲੱਗ ਜਾਏ, ਕਿਵੇਂ ਹੋ ਸਕਦਾ ਉਹਦੇ ਕੋਲ ਪਰੇਸ਼ਾਨੀ ਆ ਜਾਏ, ਕਿਵੇਂ ਹੋ ਸਕਦਾ? ਹਾਂ, ਕੁਝ ਪਰੇਸ਼ਾਨੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਜ਼ਮਾਇਸ਼ ਦੀ ਸੂਰਤ 'ਚ ਆਉਂਦੀਆਂ ਨੇ, ਲੇਕਿਨ ਕਲਾਮ 'ਚ ਇਹ ਗੱਲ ਲਿਖੀ ਹੈ ਕਿ ईमानदार अपनी आजमाइश तो जिस तरह सूरज सुबह मशरिक तो निकलता है और रोशनी वाली यानी ऊपर जांदा ज्यादा शिद्दत ना दोपहर में रोशनी देता, इसी तरह ईमानदार वास्ते गवाही है कि ईमानदार नेरे चो उस आजमाइश तो निकलदा नूर वाल आ जाता। अज इन्हां नूं आजमाइशां समझ को, जिहड़े मुसीबत ने, परेशानी, दुख, कर्ज दे विच ने, उन्होंने आजमाइश समझो और दुआ करो, दुआ करते रहो, गवाहियां पैदा होंगियां। अज भी तुहाडी लाइफ च गवाही है। और गवाही की है कि तुसी कहो कि हमेशा दी जिंदगी दा राम मेरे लिए है, हमेशा दी जिंदगी दा राम मेरे लिए है। क्यों मेरे लिए? इसलिए कि मैं जिदा मनण वाला उन्हें मैनूं इख्तियार दिता कि मेरे कोल आ, हमेशा दी जिंदगी मेरे कोल आ, हमेशा दी जिंदगी दा राम मेरे कोल आ। मैं तेनूं धो के वॉश करांगा। दाऊद की आंदा, तू मैनूं ज़ोफे नाल साफ करेगा ते मैं साफ हो जावांगा ज़ोफे नाल। और अज साफ होने की जरूरत है, अपने बदन दे बाजार बदन नूं नहीं बल्कि अंदरूनी बदन नूं भी साफ करने की जरूरत है। जदों असीं अपने बाजार बदन नूं बाहरों साफ सुथरा करने आ ते अंदर नूं भी साफ करने की बेहद जरूरत है। लख दुश्मन तुहाडे दुआले खड़े हो जाण, लख दुश्मन तुहाडे चुगिर्द खड़े हो जाण, लख शैतान वाले खड़े हो जाण, मेरी जिंदगी च बहुत बड़ियां गवाहियां,
बहुत सारे दुश्मन, बहुत सारे मारन वाले, गिरान वाले ऐसे खड़े हुए, लेकिन मैं खुदा दा पल्लू, खुदा दा हथ, खुदा दा साथ, खुदा दे पीछे चलना नहीं छड्डिया, दुआ करना ब्रेक नहीं किया। और आज खुदा ने मेरी जिंदगी च बहुत सारियां गवाहियां पैदा की। मेरी हर चीज जिहड़ी है वो टोटली बदली हुई है। क्यों? क्योंकि बब्बर दा बच्चा ते हाजतमंद भुखा रहिंदा, लेकिन खुदा दे बेटे बेटियां ते भुखे नहीं रहिंदे। खुदा दे मनण वाले ते भुखे नहीं रहिंदे। खुदा दे बेटे बेटियां किवें हो सकदा कि प्यो उन्हां नूं भुखियां छड्डे? कलाम 'च एक बात लिखी, देखो एक गल गौरो फिक्र करने वाली गल है। अज गौरो फिक्र करने वाली गल है। यीशु मसीह ने एक गल बड़ी खूबसूरत आखी कि देखो अगर तुसी बुरे होगे, इंसान रिश्वत ना, जुबान दी कमाई ना, अपनी जड़ी वो किसी नूं ठग के या किसी ना बेईमानी करके अपने बच्चों नूं दूसरे दे मुंह चों नवाला खिंच के अपने बच्चों नूं सेब खवांदा है, किवें हो सकदा है कि तुहाडा आसमानी बाप अपने मंगण वाले नूं किसी चीज़ दा मुहताज रहन देवे? ऐ भी हो सकदा? मैनूं एक गल दा जवाब दो, नहीं ना हो सकदा। रिश्वतखोर या कोई ऐसा शख्स जिहड़ा ईमानदारी चों निकल के अपने बच्चों नूं पालदा है, क्यों पालदा है? क्योंकि कलाम 'च ये गल लिखी है, मैं थोड़ी अपने कोलों आखण दिया, यीशु मसीह ने आखी कि अगर तुसी बुरे हो गए अपने बच्चों नूं चंगियां चीज़ां देना जाणदे हो ते किवें हो सकदा आसमानी बाप अपने मंगण वालियां नूं वो चीज़ां ना देवे? वो अपने मंगण वालियां नूं, अपने बेटे बेटियां नूं हर वो चीज़ देंदा है जिहदी वो जरूरत है। क्योंकि कलाम 'च ये गल लिखी है, कलाम 'च ये गल लिखी है कि वो दिलां ते गुरदियां नूं जानण वाला खुदा है। हालांकि खुदा नूं सब कुछ पता सी कि सैमसन एक गहरी और नेरी, एक अंधेरी तारीकी गार दे विच जा रहे हैं। खुदा नूं सब कुछ पता सी कि सैमसन यानी शमसून नबी किस गुमराही वाल जा रहा है, किस गुमराही वाल जा रहा है। खुदा ने जद के मना कीता सी, जद के खुदा ने उन्होंने एक जड़ी कुवत ताकत बख्शी सी, वो फिलिस्तीनियां दे खिलाफ दी सी, कुवत जड़ी दी सी, ताकत दी सी। खुदा ने उन्होंने नबूवत ना, फरिश्ते दे पैगाम ना पैदा किया, लेकिन हर वो काम जिहड़ा खुदा दे खिलाफ सी सैमसन करदा सी। लेकिन जदों खुदा कोलों कुवत मंगदा सी, खुदा उन्हें देता सी। जदों जोर मंगदा सी, कलाम 'च ये गल लिखी, खुदा दा रूह जोर नाल शमसून नबी दे विच नाज़िल हुंदा सी और वो गधे दे जबड़े नाल 1000 बंदे नूं मारदा, किन्ने फिलिस्तीनियां नूं मारदा, किन्ने लोग ओहदे कोल आंदे, वो किन्ने ओहदे कोल उन्हां दी किन्नियां चीज़ां नूं तबाह बर्बाद कर दिंदा, हर चीज़ नूं तबाह बर्बाद कर दिंदा। किन्नी ताकत खुदा ने उन्हें बख्शी सी। लेकिन एक टाइम ऐसा आया कि उहदे अपने कम्मां दे सबब ना, उहदे अपने कम्मां, याद रखना खुदा हमेशा बंदे दे कम्मां दे सबब ना जवाब देंदा। जो कुछ तुसी पेपर 'च लिखना है, याद रखना, जो कुछ तुसी पेपर दे विच जदों तुहाडा एग्जाम हुंदा है, एक गल याद रखना कि जदों एग्जाम्स होणगे, जो कुछ तुसी रटिया होएगा, याद कीता होएगा, तुसी ओही कुछ लिखना है। और जदों वो कुछ लिखोगे तो फिर एग्जाम्स चेक करने वाला टीचर, हेडमास्टर या मास्टर जिहड़ा भी पेपर चेक करने वाला, वो अकॉर्डिंग टू दैट ही तुहानूं ओहदे मार्क्स देगा, ओहदे मुताबिक ही तुहानूं नंबर देगा। किवें हो सकदा, किवें हो सकदा? मैनूं समझाओ ते सही, किवें हो सकदा है कि तुहानूं अलबे लिखण दा क्या जाए तो तुसी ABCD लिखनी शुरू कर दो? इंज नहीं हो सकदा। जिहड़ी चीज़ लिखी जाएगी ओहदे मुताबिक जवाब होएगा, ओहदे मुताबिक नंबर लगणगे। एवें ही होएगा। याद रखना, अज तुहाडे लई और सारी कलीसियावां लई सबक है। सादा ते जिंदगी दीयां गल्लां सादियां हथ जोड़ के अपील की जाती है। इधर अपने दाएं ते बाएं मत देखो, फोकस रखो। जिहड़ा वक्त गुजर गया वापस नहीं आना, जिहड़ा वक्त बीत गया, एक सैकेंड जिहड़ा तुहाडी जिंदगी च बीतिया जाण दिया वापस नहीं जे आना। अगे देखो, फोकस करो। बब्बर दा बच्चा हाजतमंद भुखा रहिंदा है, खुदा दा तालिब नहीं, खुदा दा मनन वाला नहीं, खुदा दा पैरोकार नहीं, खुदा दे हजूर झुकण वाला कदी भी किसी चीज़ दा मोहताज नहीं जे हुंदा। तुहाडे अगे गवाही जे अज मैं अपनी जिंदगी दी टेस्टमनी शेयर करना। मैं बहुत परेशानियां देखियां, बहुत मुसीबतां नूं फेस कीता, लेकिन मैं अज तुहानूं गवाही देना, मैं अपने घर दे अपने प्रेयर रूम चों नहीं निकलदा। मैं बहुत घट तुसी मेरी लाइफ दी गवाही, खुदा ने मेरी जिंदगी बदली। बहुत सारे इंसान, बहुत सारे ऐसे लोग जिहड़े मेरे खिलाफ खड़े हुए, मैं उन्हां दी परेशानी लैण दी बजाय मैं खुदा दे करीब आया, मैं खुदा दे होर ज्यादा करीब आया ताकि खुदा मैनूं होर ज्यादा विजन भी तैयार करे।
मैं अज गवाही देना, मैं अपने प्रेयर रूम चो नहीं निकलता। अगर मैं निकला तो सिर्फ प्रेयर लिए निकलना, वरना मैं अपने प्रेयर रूम चो किसी को नहीं मिलता। और लास्ट जो 2017 मेरा टीवी चैनल हेवंस टीवी लॉन्च होया सी, मैं बड़ा खुश सी और बड़ियां खुशियां कीतियां, एक्साइटेड सी। और इस दफा जो 2 महीने हो गए जो मेरा टीवी चैनल लॉन्च होया, हेवंस टीवी दोबारा लॉन्च होया, मैं जरा भी एक्साइटमेंट नहीं करती, जरा भी मैं खुशी नहीं की और जरा भी खुशी नहीं मनाई। क्यों? क्योंकि मेरे लिए सब तो अहम खुशी मनाना है कि कुछ रोज की रोटी रोज मैनू दे, रोज की कुदरत रोज मैनू अता करे, मेरे लिए वो जरूरी। अज मैं वो 2-2.5 साल की जी स्ट्रगल, जी मेहनत करके मैं दोबारा तो इतने पहुंचे, एक गवाही है, मैं उन्होंने कभी भी गवाना नहीं चाहता। जो मेरी लाइफ बदली, मैं अपनी लाइफ को इस तरह बदलिया रखना चाहना। और मैं टीवी चैनल वाल नहीं, लोगों को खुश करने लिए नहीं, बल्कि खुदा को खुश करने लगा रहना, ताकि खुदा मेरे नाल रहे, खुदा मेरे नाल रहे, वो यहोवा मेरे नाल रहे। जिदा इब्राहिम इसहाक ते याकूब दे नाल सी, जिदा मूसा दे नाल सी, यूसुफ दे नाल सी, वो अपने बेटे यीशु दे नाल सी, इसी तरह वो मेरे नाल भी रहे। और जो मेरे नाल रहेगा, फिर मैं खुदा दे हर उस मनसूबे नूं जिहड़ा मेरे बदन तो अली पूरा नहीं होया, मैं उन्हें पूरा कर सका। वो जिहड़ी प्लानिंग खुदावंद दी मेरे लिए है, मैं उन्हें पूरा कर सका। तो सुनन ते वेखण वालियां नूं मेरा एक मैसेज है, अज अपनी लाइफ ते गौर करिए। अज गवाही है कि खुदा तुहाडे सारिਆਂ ਦੀ ਜ਼ਿੰਦਗੀ 'ਚ गवाही पैदा करना चाहता है, खुदा तुहाडे सारिਆਂ ਨੂੰ बरकत देना चाहता है। वो कहता हमेशा की जिंदगी का नाम मेरे को, आओ चलिए तो हमेशा की जिंदगी का नाम पाइए, आओ वो सुनिए, वो गल ते अमल करिए। खुदा तुहानू सारिਆਂ ਨੂੰ बरकत दे, कायम रहने का फजल दे। मैं तुहानू सारिਆਂ ਨੂੰ अपनी दुआवां 'ਚ याद रखांगा, साइमन टीवी ਨੂੰ अपनी दुआ 'ਚ याद रखिए। गॉड ब्लेस यू ऑल, खुदावंद तुहानू सारिਆਂ ਨੂੰ बरकत दे, आमीन। आओ सुनिए जिंदगी दीयां गल्लां खुदा दे खादिम पादरी शहजाद परवेज दे नाल।